ਅਸੀਂ ਜਦੋਂ ਵੀ ਕੋਈ ਗੁਰਬਾਣੀ ਦਾ ਬਾਗ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਕੱਲੇ ਕੱਲੇ ਸ਼ਬਦ 'ਤੇ ਅਸੀਂ ਧਿਆਨ ਦੇਣਾ ਹੁੰਦਾ ਹੈ। ਜੈਸੇ ਸਤਿਗੁਰੂ ਪ੍ਰਮਾਣ ਕਰਦੇ ਹਨ ਕਿ ਨਿਰਮਲ ਰਸਨਾ ਅੰਮ੍ਰਿਤ ਪੀਓ, ਕਿ ਜਦੋਂ ਰਸਨਾ ਨਿਰਮਲ ਹੋ ਜਾਂਦੀ ਹੈ ਤੇ ਅੰਮ੍ਰਿਤ ਰਸ ਤਾਂ ਸਾਡੇ ਅੰਦਰ ਹੀ ਹੈ ਨਾ, ਉਹਨੂੰ ਪੀਣਾ ਸ਼ੁਰੂ ਕਰ ਦਿੰਦੀ ਹੈ। ਤੇ ਇਹਨੂੰ ਨਿਰਮਲ ਕਰਨ ਵਾਸਤੇ ਹੀ ਜਿੰਨੇ ਪਾਠ ਕਰਵਾਏ ਜਾਂਦੇ ਹਨ, ਜਿੰਨੇ ਜਾਪ ਕਰਵਾਏ ਜਾਂਦੇ ਹਨ, ਇਹ ਸਾਰੇ ਰਸਨਾ ਨੂੰ ਨਿਰਮਲ ਕਰਨ ਦੇ ਤਰੀਕੇ ਹਨ। ਤੇ ਕਰਵਾਉਣ ਵਾਲਾ ਗੁਰੂ ਜਾਣਦਾ ਹੁੰਦਾ ਹੈ ਕਿ ਕਦੋਂ ਰਸਨਾ ਨਿਰਮਲ ਹੋ ਚੁੱਕੀ ਹੈ। ਧਰਮ ਦੇ ਖੇਤਰ ਵਿੱਚ ਸਾਡੀ ਬਹੁਤ ਵੱਡੀ ਬਦਕਿਸਮਤੀ ਹੈ ਕਿ ਕਈ ਵਾਰ ਸਾਨੂੰ ਕੋਈ ਕਹਿਣ ਵਾਲਾ ਸਤਿਪੁਰਸ਼ ਸ਼ੁਰੂ ਵਾਲੀ ਜਿਹੜੀ ਗੱਲ ਹੈ ਕਹਿ ਜਾਂਦਾ, ਉਹ ਤਾਂ ਇਹ ਸੋਚਦਾ ਹੈ ਕਿ ਜਿਵੇਂ ਜਿਵੇਂ ਇਹਦੀ ਤਰੱਕੀ ਹੋਊਗੀ, ਅੱਗੇ ਵਧੂਗਾ, ਤਾਂ ਇਹਨੂੰ ਆਪਣੇ ਆਪ ਸਟੈਪ ਬਾਈ ਸਟੈਪ ਪਤਾ ਚੱਲਦਾ ਜਾਣਾ ਤੇ ਇਹਨੇ ਅੱਗੇ ਵਧਦੇ ਤੁਰੇ ਜਾਣਾ। ਪਰ ਅਸੀਂ ਇਹਨਾਂ 50 ਸਾਲਾਂ 'ਚ ਜਿਉਂ ਕੇ ਦੇਖਿਆ, ਉਸ ਘਰ 'ਚ ਜਿਉਂ ਕੇ ਦੇਖਿਆ, ਉਹਨਾਂ ਲੋਕਾਂ 'ਚ ਜਿਉਂ ਕੇ ਦੇਖਿਆ ਜਿਹੜੇ ਸਿਰਫ ਧਾਰਮਿਕ ਖੇਤਰ ਨਾਲ ਜ਼ਿਆਦਾ ਸੰਬੰਧਿਤ ਨੇ, ਕਿ ਜਿਹਨੇ ਜਿਹੜੀ ਗੱਲ ਪਕੜ ਲਈ ਉਹ ਤੋਂ ਪਾਸੇ ਨਹੀਂ ਹਟਣਾ। ਉਹਨੂੰ ਇਸ ਤਰ੍ਹਾਂ ਲੈਂਦੇ ਨੇ ਕਿ ਬਸ ਮੈਨੂੰ ਇਹ ਬਚਨ ਹੋਇਆ ਸੀ, ਮੈਂ ਤਾਂ ਇਹੀ ਕਰਨਾ ਹੈ। ਅਤੇ ਜਿਹਦਾ ਕਾਰਨ ਇਹ ਬਣਦਾ ਕਿ ਸਾਡੀ ਆਤਮਿਕ ਤਰੱਕੀ ਰੁਕ ਜਾਂਦੀ ਹੈ। ਜਿਸ ਬੰਦੇ ਨੂੰ ਕਿਸੇ ਸਤਿਪੁਰਸ਼ ਨੇ ਅੱਜ ਤੋਂ 20 ਜਾਂ 30 ਸਾਲ ਪਹਿਲਾਂ ਕਿਹਾ ਸੀ ਕਿ ਤੂੰ ਆਹ ਜਪ ਲਿਆ ਕਰ, ਆਹ ਬਾਣੀ ਪੜ੍ਹ ਲਿਆ ਕਰ, ਅਤੇ ਉਹਨੇ 20 ਸਾਲਾਂ 'ਚ ਇਹੀ ਸਿੱਖਿਆ ਕਿ ਉਹੀ ਬਾਣੀ ਪੜ੍ਹੀ ਜਾਂਦਾ, ਉਹੀ ਜਾਪ ਕਰੀ ਜਾਂਦਾ, ਉਹਦੀ ਕੋਈ ਇਲਾਹੀ ਤਰੱਕੀ ਨਹੀਂ, ਕੋਈ ਉਹਨੂੰ ਸਮਝ ਨਹੀਂ ਆਉਂਦੀ। ਸਾਡੇ ਕੋਲੇ ਤਾਂ ਆਉਂਦੇ ਆ ਲੋਕ, ਸਾਡਾ ਤਾਂ ਤਜਰਬਾ ਕਿ ਇੰਨਾ ਚਿਰ ਹੋ ਗਿਆ ਨਿਤਨੇਮ ਕਰਦਿਆਂ, ਬਾਬਾ ਜੀ ਗੱਲ ਨਹੀਂ ਬਣੀ, ਜਾਂ ਕੋਈ ਰਾਸੀ ਨਹੀਂ ਆਉਂਦਾ, ਹੁਣ ਦਿਲ ਵੀ ਨਹੀਂ ਕਰਦਾ, ਜਾਂ ਹੁਣ ਉੱਠਿਆ ਵੀ ਨਹੀਂ ਜਾਂਦਾ, ਜਾਂ ਕਹਿ ਲਓ ਮਨ ਮੁਣਕਰੀ ਹੋ ਗਿਆ ਵੀ ਕਿੰਨਾ ਕੁ ਚਿਰ। ਕਿਉਂਕਿ ਇਹ ਸਾਨੂੰ ਜਾਣਨਾ ਪੈਣਾ, ਪਹਿਲੀ ਕਲਾਸ ਦੇ ਵਿੱਚ ਬੱਚੇ ਨੂੰ ਜਿਹੜਾ ਕਾਇਦਾ ਦਿੱਤਾ ਜਾਂਦਾ, ਅਸੀਂ ਸਾਰੇ ਜਾਣਕਾਰ ਹਾਂ, ਉਹਦੇ ਵਿੱਚ ਇੱਕ ਇੱਕ ਸ਼ਬਦ ਦੇ ਨਾਲ ਫੋਟੋ ਲਾਈ ਜਾਂਦੀ ਹੈ। ਕਿਉਂਕਿ ਜਿਨ੍ਹਾਂ ਨੇ ਸਿੱਖਿਆ ਨੀਤੀ ਬਣਾਈ ਆ, ਉਹਨਾਂ ਨੂੰ ਇਸ ਵਿਗਿਆਨ ਦਾ ਪਤਾ ਕਿ ਹਜ਼ਾਰਾਂ ਸ਼ਬਦਾਂ ਦੇ ਬਰਾਬਰ ਇੱਕ ਤਸਵੀਰ, ਇੱਕ ਫੋਟੋ ਹੁੰਦੀ ਆ। ਅਤੇ ਸਾਡਾ ਜਿਹੜਾ ਮਾਈਂਡ ਆ, ਇਹ ਅੱਖਰਾਂ ਨੂੰ ਨਹੀਂ ਪਕੜਦਾ, ਇਹਦੀ ਇਹ ਮਜਬੂਰੀ ਆ, ਇਹ ਪਕੜਦਾ ਤਸਵੀਰ ਨੂੰ। ਅਤੇ ਬਚਪਨ ਦੇ ਵਿੱਚ ਇਹ ਨਿਰੋਲ ਹੁੰਦਾ। ਅਤੇ ਜਿਹੜੇ ਲੋਕ ਜਾਣੀ, ਜੇ ਅਸੀਂ ਸਾਡੀ ਗੱਲ ਕਰੀਏ, ਅਸੀਂ ਸਿੱਖ ਕੌਮ ਦੇ ਲੋਕ ਹਾਂ, ਅਸੀਂ ਮੂਰਤੀ ਪੂਜਾ ਮੰਨ ਲਓ ਨਹੀਂ ਕਰਦੇ, ਮੂਰਤੀ ਪੂਜਾ ਤੋਂ ਸਾਨੂੰ ਰੋਕਿਆ ਹੋਇਆ। ਅਤੇ ਇੱਕ ਗੁਰਸਿੱਖ ਸਕੂਲ ਦੇ ਵਿੱਚ ਜਾਵੇ ਅਤੇ ਜਦੋਂ ਦੇਖੇ ਕਿ ਮੇਰੇ ਬੱਚੇ ਨੂੰ ਤਾਂ ਇਹ ਮੂਰਤਾਂ ਦਿਖਾ ਦਿਖਾ ਪੜ੍ਹਾਈ ਕਰਾ ਰਹੇ ਆ, ਅਤੇ ਉੱਥੇ ਉਹ ਕਹਿ ਸਕਦਾ ਕਿ ਮੈਂ ਤਾਂ ਇੱਥੇ ਗਿਆਨ ਲੈਣ ਭੇਜਿਆ ਅਤੇ ਤੁਸੀਂ ਮੇਰੇ ਬੱਚੇ ਨੂੰ ਮੂਰਤੀਆਂ ਦਿਖਾਈ ਜਾਂਦੇ ਹੋ, ਇਹ ਤਾਂ ਫਿਰ ਮੂਰਤੀਆਂ ਦੀ ਪੂਜਾ ਕਰਨ ਲੱਗ ਜੂ। ਇੱਥੇ ਨਿੱਕੇ ਨਿੱਕੇ ਪੁਆਇੰਟ ਸਮਝਣ ਵਾਲੇ ਆ ਕਿ ਪੂਜਾ ਹੋਰ ਚੀਜ਼ ਹੁੰਦੀ ਹੈ, ਸ਼ੌਂਕ ਵਜੋਂ ਕਿਸੇ ਦੀ ਤਸਵੀਰ ਲਾ ਲੈਣੀ, ਕੋਲੇ ਰੱਖ ਲੈਣੀ ਹੋਰ ਹੁੰਦੀ ਆ, ਕਿਸੇ ਨਾਲ ਗਹਿਰਾ ਰਿਸ਼ਤਾ ਜੋੜ ਲੈਣਾ ਹੋਰ ਹੁੰਦਾ, ਸਿੰਪਲ ਦੋਸਤੀ ਹੋਰ ਹੁੰਦੀ ਹੈ, ਇੱਕ ਦੋਸਤੀ ਤੋਂ ਬਿਨਾਂ ਜਾਣਕਾਰੀਆਂ ਹੁੰਦੀਆਂ, ਇਹ ਹੋਰ ਹੁੰਦੀਆਂ। ਪਰ ਉੱਥੋਂ ਦਾ ਮਾਸਟਰ ਵੀ ਜਾਣਦਾ ਅਤੇ ਉਹ ਗੁਰਸਿੱਖ ਜਾਂ ਉਹ ਬੰਦਾ ਵੀ ਜਾਣਦਾ ਕਿ ਮੈਂ ਇੱਥੋਂ ਦੀ ਲੰਘਿਆ। ਜਿੰਨੇ ਦਿਨ ਊੜਾ ਆੜਾ 35 ਚੇਤੇ ਨਹੀਂ ਹੁੰਦੀ ਮੇਰੇ ਬੱਚੇ ਦੇ, ਓਨੇ ਦਿਨ ਹੀ ਉਹ ਊੜਾ ਊਠ, ਆੜਾ ਅੰਬ, ਈੜੀ ਇੰਜਣ, ਸੱਸਾ ਸੰਤਰਾ ਬੋਲੂਗਾ। ਜਿੱਦੇ ਉਹ ਊੜਾ ਆੜਾ ਈੜੀ ਪੜ੍ਹਨ ਲੱਗ ਗਿਆ, ਇਹ ਜਿਹੜੀਆਂ ਮੂਰਤੀਆਂ ਇਹਨਾਂ ਨੇ ਆਪਣੇ ਆਪ ਪਿੱਛੇ ਹਟ ਜਾਣਾ ਅਤੇ ਇਹ 35 ਅੱਖਰ ਉਹਦੇ ਕੋਲ ਰਹਿ ਜਾਣੇ ਆ। ਫਿਰ ਉਹਦੇ ਕੋਲੇ ਬੱਚੇ ਕੋਲੇ ਕਿੰਨੀਆਂ ਕਿਤਾਬਾਂ ਹੋ ਜਾਂਦੀਆਂ, ਪਹਿਲੀ ਤੋਂ ਬਾਅਦ ਦੂਜੀ ਦੀਆਂ, ਤੀਜੀ ਦੀਆਂ, ਚੌਥੀ ਦੀਆਂ,
ਉਹਨਾਂ ਕਿਤਾਬਾਂ ਦਾ ਜੇ ਅਸੀਂ ਦੇਖੀਏ ਕਿ ਇਹਨਾਂ 'ਚ ਕੀ ਸਾਰੀ ਉਮਰ ਇਹ ਕਿਤਾਬਾਂ ਨਾਲ ਹੀ ਰੱਖਣੀਆਂ ਪੈਣਗੀਆਂ? ਨਹੀਂ। ਸਾਨੂੰ ਸਾਰਿਆਂ ਨੂੰ ਪਤਾ ਜਿੱਦੇ ਜਿਹੜੀ ਚੀਜ਼ ਦਾ ਗਿਆਨ ਹੋ ਜਾਂਦਾ ਹੈ ਉਹ ਚੀਜ਼ ਸਾਥੋਂ ਸੁੱਟ ਜਾਂਦੀ ਹੈ। ਕਦੇ ਕਿਸੇ ਨੇ ਪੜ੍ਹਾਈਆਂ ਕਰਨ ਤੋਂ ਬਾਅਦ ਚੰਗੇ ਅਹੁਦੇ 'ਤੇ ਜਾਣ ਤੋਂ ਬਾਅਦ ਦੁਬਾਰੇ ਆਪਦੇ ਕਾਇਦੇ ਫਰੋਲੇ ਆ ਜਾਂ ਆਪਦੀਆਂ ਸਕੂਲ ਦੀਆਂ ਕਿਤਾਬਾਂ ਫਰੋਲੀਆਂ। ਲੱਗਦਾ ਕੋਈ ਦੁਨੀਆ ਦਾ ਇੱਕ ਅੱਧਾ ਪਰਸਨ ਤਾਂ ਹੋ ਸਕਦਾ ਹੈ ਜਿਹੜਾ ਬੈਕ ਜਾ ਕੇ ਉਹ ਦੇਖੇ ਸਾਰਾ ਕੁਛ। ਨਹੀਂ, ਕਦੇ ਨਹੀਂ ਕੋਈ ਬੈਕ ਜਾਂਦਾ। ਉਹ ਅਗਾਂਹ ਕੋ ਤਰਾਂਗ ਵਾਲੀ ਅਵਸਥਾ 'ਚ ਜਾਂਦਾ ਕਿ ਇਸ ਤੋਂ ਅੱਗੇ ਕੀ ਹੈ। ਇਸੇ ਤਰ੍ਹਾਂ ਜਿਹੜਾ ਗਿਆਨ ਹੈ ਉਹ ਜਿਵੇਂ ਜਿਵੇਂ ਵੱਧਦਾ ਤਿਵੇਂ ਤਿਵੇਂ ਸਾਡੀ ਸਟੇਜ ਵੱਧਦੀ ਆ, ਸਾਡੀ ਅੰਦਰੂਨੀ ਤਾਕਤ ਵੱਧਦੀ ਆ। ਅਸੀਂ ਅੱਗੇ ਦੀ ਅੱਗੇ ਵਧਣਾ ਹੁੰਦਾ, ਅਸੀਂ ਅੱਗੇ ਦੇ ਅੱਗੇ ਜਾਣਾ ਹੈ। ਜਦੋਂ ਸਹੀ ਪਿਆਸ ਲੱਗਿਆ ਆਉਂਦੀ ਆ ਉਦੋਂ ਇਹ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਕਿ ਤੁਸੀਂ ਕਿਤਾਬਾਂ ਪੜ੍ਹੋ, ਤੁਸੀਂ ਬਾਣੀ ਪੜ੍ਹੋ। ਜਿੱਦੇ ਪਿਆਸ ਲੱਗਦੀ ਹੈ ਨਾ ਉਹਦੇ ਪਤਾ ਲੱਗਦਾ ਕਿ ਜੋ ਵੀ ਮਿਲ ਜਾਂਦਾ ਉਹ ਥੋੜ੍ਹਾ ਲੱਗਦਾ। ਅਸੀਂ ਇਹ ਵੀ ਦੇਖਿਆ ਕਿ ਇੱਕ ਕਿਤਾਬ ਦੇ ਵਿੱਚ ਕਈ ਵਾਰੀ ਇੱਕ ਸੂਤਰ ਹੀ ਮਿਲਦਾ ਪਰ ਉਹ ਤਾਰ ਜਾਂਦਾ ਬੰਦੇ ਨੂੰ। ਤੇ ਗੁਰਬਾਣੀ ਜੋ ਧੁਰਕੀ ਬਾਣੀ ਹੈ, ਜੋ ਭਗਤਾਂ ਦੇ, ਸੰਤਾਂ ਦੇ, ਗੁਰੂਆਂ ਦੇ ਆਪਣੇ ਉਹ ਅਨੁਭਵ ਹਨ ਜੋ ਉਹਨਾਂ ਨੇ ਪਹਿਲੇ ਦਿਨ ਤੋਂ ਸ਼ੁਰੂ ਕਰਕੇ ਅੰਤਮ ਅਵਸਥਾ ਤੱਕ ਭਗਤ ਤੋਂ ਭਗਵਾਨ ਹੋਣ ਤੱਕ ਪਦਵੀ ਪਾਈ, ਸਿੱਖ ਤੋਂ ਸੰਤ ਹੋਣ ਤੱਕ, ਬ੍ਰਹਮ ਗਿਆਨੀ ਹੋਣ ਤੱਕ ਪਦਵੀਆਂ ਪਾਈਆਂ। ਅਸੀਂ ਉਹਨਾਂ ਨੂੰ ਪੜ੍ਹੀਏ, ਉਹਨਾਂ ਤੋਂ ਜਾਣੀਏ। ਅਸੀਂ ਵੀ ਰੁਕੀਏ ਨਾ ਕਦੇ ਵੀ ਰਸਤੇ ਦੇ ਵਿੱਚ, ਅਸੀਂ ਅੱਗੇ ਦੀ ਅੱਗੇ ਵੱਧਦੇ ਤੁਰੇ ਜਾਈਏ। ਤੇ ਜਦੋਂ ਪੜ੍ਹਾਈ ਦੀ ਗੱਲ ਕਰਦੇ ਹਾਂ ਤੇ ਕਈ ਵਾਰੀ ਫਿਰ ਸਾਡੇ ਤਾਂ ਲੋਕ ਹੀ ਵਿਚਾਰੇ ਬਹੁਤੇ ਇਹੋ ਜਿਹੇ ਆ ਜਿਨ੍ਹਾਂ ਨੇ ਪੜ੍ਹਾਈ ਨਹੀਂ ਕੀਤੀ ਹੁੰਦੀ। ਫਿਰ ਉਹਨਾਂ ਦੇ ਹੋ ਸਕਦਾ ਖਿਆਲ ਆਵੇ ਕਿ ਜਿਹੜਾ ਇਹ ਗਿਆਨ ਹੈ ਜਾਂ ਜਿਹੜੀ ਪ੍ਰਮਾਤਮਾ ਦੀ ਪ੍ਰਾਪਤੀ ਹੈ ਸ਼ਾਇਦ ਇਹ ਪੜ੍ਹ ਕੇ ਹੀ ਹੁੰਦੀ ਹੋਣੀ ਹੈ। ਪਰ ਸਤਿਗੁਰੂ ਫਰਮਾਨ ਕਰਦੇ ਆ ਕਿ ਜਿੰਨੇ ਵੀ ਦੁਨੀਆ ਦੇ ਆਦਮੀ ਨੇ, ਜਿੰਨੇ ਵੀ ਨੇ, ਉਨੇ ਹੀ ਰਸਤੇ ਨੇ ਉਹਦੇ ਵੱਲ ਜਾਣ ਦੇ। ਜਿਹਨੂੰ ਜਿਹੜੇ ਰਸਤੇ ਮਿਲਿਆ ਉਹਨੂੰ ਉਹੀ ਰਸਤਾ ਮੁਬਾਰਕ ਹੈ। ਮਹਾਰਾਜ ਕਹਿੰਦੇ ਜੇ ਤੂੰ ਅਨਪੜ੍ਹ ਹੈ ਕੋਈ ਨਹੀਂ, ਫਿਕਰ ਨਾ ਕਰ। ਜਿਹੜਾ ਤੇਰੇ ਨਾਲ ਉਹ ਫਿਰਦਾ ਨਾ ਆਪ ਮਾਲਕ, ਜਦੋਂ ਤੇਰੇ ਪੜ੍ਹਾਈ ਤੋਂ ਬਿਨਾਂ ਸਾਹ ਨਹੀਂ ਰੁਕ ਰਹੇ, ਪੌਣ ਗੁਰੂ ਤੇਰੇ ਨਾਲ ਹੈ, ਤੇਰਾ ਸਾਥ ਦੇ ਰਿਹਾ ਤੇ ਤੂੰ ਰੱਬ ਨੂੰ ਵੀ ਪਾ ਸਕਦਾ। ਕਿਉਂਕਿ ਜਿਹੜਾ ਗੁਰੂ ਦੇ ਚਰਨਾਂ 'ਚ ਆ ਗਿਆ, ਗੁਰ ਪਰਮੇਸ਼ਰ ਇੱਕੋ ਜਾਣ, ਉਹਨੇ ਗੁਰੂ ਰਾਹੀਂ ਪਰਮੇਸ਼ਰ ਨੂੰ ਵੀ ਜਾਣ ਲੈਣਾ। ਮਹਾਰਾਜ ਕਹਿੰਦੇ ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ। ਸਭ ਤੋਂ ਵੱਡੀ ਜੇ ਚੀਜ਼ ਹੈ ਉਹ ਧਿਆਨ ਹੈ। ਜਦੋਂ ਹੀ ਤੁਸੀਂ ਧਿਆਉਣਾ ਸ਼ੁਰੂ ਕਰ ਦਿਓਗੇ ਤੁਹਾਡੀ ਕੋਈ ਵੀ ਅਵਸਥਾ ਤੇ ਤੁਸੀਂ ਗੋਬਿੰਦ ਦੀ ਪ੍ਰਾਪਤੀ ਕਰ ਲਓਗੇ। ਅਸੀਂ ਗੋਬਿੰਦ ਨੂੰ ਮਿਲਣ ਲਈ ਸਾਰੇ ਸਾਧਨ ਕਰ ਰਹੇ ਹਾਂ। ਬੇਸ਼ੱਕ ਮੈਨੂੰ ਇਹ ਮਹਿਸੂਸ ਹੁੰਦਾ ਕਿ ਧਿਆਨ ਦੀ ਕਲਾਸ ਹੈ ਇਹ ਬਿਲਕੁਲ ਮੌਨ ਹੁੰਦੀ ਹੈ, ਚੁੱਪ ਹੁੰਦਾ, ਕਿਉਂਕਿ 3-3 ਘੰਟਿਆਂ ਦੀਆਂ ਵੀ ਕਲਾਸਾਂ ਲੱਗਦੀਆਂ। ਸਤਸੰਗ ਦੇ ਵਿੱਚ ਲੋਕ ਬਹਿੰਦੇ ਨੇ। ਸਾਡੇ ਕੋਲੇ ਸਮਾਂ ਹੀ ਇੰਨਾ ਥੋੜ੍ਹਾ ਹੈ ਕਿ ਅਸੀਂ ਇਹਨਾਂ 9 ਦਿਨਾਂ 'ਚ ਹੀ ਚਾਹੁੰਦੇ ਹਾਂ ਕਿ ਜੋ ਜੋ ਸਤਿਗੁਰਾਂ ਨੇ ਝੋਲੀ 'ਚ ਪਾਇਆ ਉਹਨੂੰ ਤੁਹਾਨੂੰ ਇਹ ਕਲਾਸਾਂ ਦੇ ਰਾਹੀਂ ਵੀ ਦੱਸਦੇ ਤੁਰੇ ਜਾਈਏ। ਤੁਹਾਡੇ ਸ਼ੰਕੇ, ਤੁਹਾਡੇ ਸਵਾਲ ਰਹੇ ਨਹੀਂ ਨਾ। ਤੇ ਅਸੀਂ ਹਰ ਸੈਸ਼ਨ ਦੇ ਵਿੱਚ ਕਰ ਰਹੇ ਹਾਂ ਕਿ ਧਿਆਨ ਕਰਨ ਤੋਂ ਬਾਅਦ, ਸਤਸੰਗ ਕਰਨ ਤੋਂ ਬਾਅਦ ਜੇ ਕਿਸੇ ਨੂੰ ਕੋਈ ਸਵਾਲ ਵੀ ਉੱਠਦਾ ਤੇ ਉਹ ਵੀ ਆਪਾਂ ਕਲੀਅਰ ਕਰ ਲਿਆ ਕਰੋ। ਕਿਉਂਕਿ ਸਮੇਂ ਵਾਰੀ-ਵਾਰੀ ਨਹੀਂ ਬਣਦੇ, ਵਾਰੀ-ਵਾਰੀ ਇਹ ਗੱਲਾਂ ਨਹੀਂ ਵਾਪਰਦੀਆਂ। ਕੁਛ ਡਿਜ਼ਾਈਨ ਹੀ ਕੁਦਰਤ ਦੀਆਂ ਸਿਆਸਤਾਂ ਹੀ ਐਸੀਆਂ ਹਨ, ਸਾਨੂੰ ਕਿਸੇ ਨੂੰ ਵੀ ਆਉਣ ਵਾਲੇ ਮਿੰਟ ਦਾ ਜਾਂ ਸਕਿੰਟ ਦਾ ਪਤਾ ਨਹੀਂ ਹੁੰਦਾ ਹੈ ਕਿ ਹੋ ਕੀ ਜਾਣਾ। ਅਸੀਂ ਜਾਣੀਏ ਆਪਣੇ ਆਪੇ ਨੂੰ, ਆਪਣੇ ਆਪੇ ਨੂੰ ਜਾਣਦਿਆਂ ਹੋਇਆਂ ਅਸੀਂ ਭਗਤ ਤੋਂ ਭਗਵਾਨ ਹੋ ਸਕਦੇ ਹਾਂ। ਸਾਰਿਆਂ ਦੀ ਬੋਲਣ ਦੀ ਡਿਊਟੀ ਨਹੀਂ ਹੁੰਦੀ। ਸਾਰੇ ਜਿਹਨੂੰ ਪਾ ਲੈਂਦੇ ਨੇ ਜਿਹੜੀ ਗੱਲ ਨੂੰ ਉਹਨੂੰ ਦੱਸ ਨਹੀਂ ਸਕਦੇ, ਤੇ ਜਿਹਦੀ ਦੱਸਣ 'ਤੇ ਡਿਊਟੀ ਹੁੰਦੀ ਆ ਉਹ ਦੱਸ ਸਕਦਾ, ਕਿਉਂਕਿ ਗੁਰੂ ਤਿਆਰੀ ਉਵੇਂ ਕਰਾਉਂਦਾ। ਜਿਵੇਂ ਸਾਡੇ ਵਿਦਿਆਰਥੀਆਂ 'ਚੋਂ ਮਾਸਟਰ ਦੀ ਅੱਖ ਵੇਖ ਲੈਂਦੀ ਆ ਕਿ ਆਹ ਬੱਚਾ ਮਨੀਟਰ ਬਣਨ ਦੇ ਲਾਇਕ ਹੈ, ਹੁੰਦਾ ਉਹ ਵੀ ਉਹੀ ਬੱਚਾ। ਉਹਨਾਂ ਨੇ ਖੇਡਦਾ, ਉਹਨਾਂ ਨੇ ਖਾਂਦਾ ਪੀਂਦਾ, ਉਹਨਾਂ ਕੋਲ ਹੀ ਰਹਿੰਦਾ, ਲੇਕਿਨ ਉਹਨੂੰ ਇੱਕ ਤਾਜ ਮਿਲ ਜਾਂਦਾ ਮਨੀਟਰੀ ਦਾ। ਉਹਨੂੰ ਕੁਛ ਐਸੀ ਦਾਤ ਦਿੱਤੀ ਹੈ ਪ੍ਰਮਾਤਮਾ ਨੇ
कि जिहड़ी गल हले मास्टर सोच ही रहा हुंदा वो पहलां समझ जांदा। मास्टर वाले सोचते ही आ किहड़े बच्चे नूं पानी नूं कहा वो उठ के गिलास भरन भज लैंदा। ये असीं देखते रहे हैं, आपदे नाल भी वापरदा रहा कि मास्टरां ने जां मैडमां ने सोचना 5 मिंटां नूं चाह नूं कहांगे, असीं आपे ही तुर पैंदे सी बनाउण। वो हੱसदे कि किवें पता लग्या, मैं लग गया। जानी ये दात दिंदी है कुदरत। जदों तुसीं बिन बोलिया दूजे दे दिल दीयां गल्लां जानन लग जांदे हो, ये दातां ने उहदियां मालक दीयां। ये चीज़ां दा असीं लाहा लैणा। जे सानूं कोई दात मिली है उहनूं पॉजिटिव वरतीए। पॉजिटिव वरतदियां होइआं तुहाडे ते एक जिम्मेवारी हुंदी है, क्योंकि जदों जिम्मेवारी का एहसास हो जाता तो तुहाडे सिर ते गुरु का जिहड़ा हत्थ आ वो तुहानूं अपने आप डायरैक्शन दिंदा कि इदों अगे किधर जाना, उस तो अगे किधर जाना। आओ दोबारा फिर आपां जानिए अपनी सत्संग इस कथा ते कीर्तन इकट्ठा चल रहा। हुण आपां भाई साहब होरां तो एक शब्द की सांझ पाउणे आ, उस तो बाद शायद टाइम हो जाना अपना समाप्ति का, ते सवाल भी लवांगे जे किसी का होया। तो सतगुरु रहमत करन। जिहड़े तुसीं देश विदेश बैठे वेख रहे हो, तुसीं भी अपना सवाल भेज सकते हो, तो उहदी आपां कल नूं सांझ पा लवांगे। आओ जी कथा का कीर्तन का आनंद माणीए। मेरे सतगुर पूरे, मेरे सतगुर पूरे, मैं गरीब सच टेक तू, मैं गरीब सच टेक तू। देख तुम्हारा दर्शनों जी, देख तुम्हारा दर्शनों, मेरा मन तेरे, मेरा मन तेरे, मैं गरीब सच टेक दूं, मैं गरीब सच टेक दूं। मेरे सतगुर पूरे, मेरे सतगुर पूरे, मैं गरीब सच टेक दूं, मैं गरीब सच टेक दूं। न किस ही संग काहे गर्भी है जी, कोई न किस ही संग काहे गर्भी है। एक आधार पाओ जल तर भी है, एक नाम आधार पाओ जल तर भी है, पाओ जल तर भी है, जपो जी पाओ जल तर भी है। मैं गरीब सच टेक दूं, मैं गरीब सच टेक दूं।
सच टेक तू, मैं गरीब सच टेक तू। राजमाल जंजा काज न कितै गनो, राजमाल जंजा काज न कितै गनो। हर कीर्तन आधार ले चले हो तनो, जेते माया रंग तेत पछतावया। जेते माया रंग तेत पछतावया। सुख का नाम निदान गुरमुख गावया। जी सुख का नाम आधार गुरमुख गावया, गुरमुख गावया, गुरमुख गावया। मैं गरीब सच टेक, मैं गरीब सच टेक तू। मेरे सतगुर पूरे, मेरे सतगुर पूरे। मैं गरीब सच टेक तू, 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 मैं गरीब सच टेक तू। एको नाम ते आवो प्राणी, एको नाम ते आवो, एको नाम ते आवो प्राणी, एको नाम ते आवो, एको नाम ते आवो प्राणी, एको नाम ते आवो, एको नाम ते आवो प्राणी, एको नाम ते आवो, नाम ते आवो प्राणी, एको नाम ते आवो। वाहिगुरु 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 वाहिगुरु।
मेरे सतगुर पूरे, मेरे सतगुर पूरे, मैं गरीब सच टेक, मैं गरीब सच टेक। सच्चा गुणी निधान तू प्रभ गहर गंभीरे, सच्चा गुणी निधान तू प्रभ गहर गंभीरे, आस भरोसा खसम का नानक के जियरे, आस भरोसा खसम का नानक के जियरे, नानक के जियरे, नानक के जियरे, गरीब सच टेक, मैं गरीब सच टेक। देख तुम्हारा दर्शनों, देख तुम्हारा दर्शनों, मेरा मन तीरे, मैं गरीब सच टेक दूं, मैं गरीब सच टेक दूं। धन गुरु नानक। बहुत बहुत आनंद बनिया सतगुरां दी बाणी सरवण कीती। सांझ पाई सी कि आपां संगत दा कोई सवाल होया लवांगे और उस तो बाद माता जी वालों एक सवाल ही आ गया कि पहला तुसी ਇਹਦੇ ਤੇ ਸਾਂਝ ਪਾ ਦਿਓ, ਉਸ ਤੋਂ ਬਾਅਦ ਜੇ ਕਿਸੇ ਦਾ ਸਵਾਲ ਹੈ ਤਾਂ ਜ਼ਰੂਰ ਲੈ ਸਕਦੇ ਹਾਂ। ਇੱਥੇ ਜੋ ਅਸੀਂ ਦੱਸਣਾ ਚਾਹੁੰਦੇ ਹਾਂ ਉਹ ਇੰਨੀ ਕੀ ਗੱਲ ਹੈ ਕਿ ਇੱਕ ਨਗਰ ਦੇ ਵਿੱਚ, ਇੱਕ ਗਾਉਂ, ਇੱਕ ਪਿੰਡ ਦੇ ਵਿੱਚ ਕਿੰਨੇ ਹੀ ਬੱਚੇ ਹੁੰਦੇ ਹਨ। ਉਹਨਾਂ ਬੱਚਿਆਂ 'ਤੇ ਉਹ ਨਿਯਮ ਲਾਗੂ ਨਹੀਂ ਹੁੰਦੇ ਜਿਹੜੇ ਸਕੂਲ ਦੇ ਵਿੱਚ ਬੱਚੇ ਹਨ ਉਹਨਾਂ 'ਤੇ ਲਾਗੂ ਹੁੰਦੇ ਹਨ। ਸਕੂਲ ਵਾਲੇ ਬੱਚਿਆਂ ਦਾ ਬਾਹਰੀ ਬੱਚਿਆਂ ਨੂੰ ਇਹ ਫਰਕ ਹੁੰਦਾ ਹੈ, ਉਹਨਾਂ ਨੇ ਕਿਸੇ ਖਾਸ ਟਾਈਮ 'ਤੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਤਿਆਰ ਹੋ ਕੇ ਉਹਨਾਂ ਨੂੰ ਮਾਤਾ ਪਿਤਾ ਤਿਆਰ ਕਰਕੇ ਛੱਡ ਕੇ ਆਉਂਦੇ ਆ ਅਤੇ ਉਸ ਤੋਂ ਬਾਅਦ ਉਹਨਾਂ ਦਾ
एक तरह की तपस्या शुरू हो जाती है कि उन्होंने जो ज्ञान हासिल करना। तो उन्होंने बच्चों प्रति जिहड़ा यह जवाब है उन्होंने लोगों लई है जिहड़े साधक लोग हैं, जिन्हां ने किसी भी रूप दे विच साधना शुरू की हुई है, उन्हां सारिਆਂ ਲਈ ये जवाब है। माता जी वालों ये आया कि आदमी कई बारी की सोचता जा जग्यासू या साधक जिस तरह वो पहला रह रहा हुंदा समाज दे विच उस रूप दे विच ही रही जांदा, नाल नाल वो पाठ भी करदा, जाप भी करदा, ध्यान भी करदा, ते उन्होंने फिर समस्या आउणियां शुरू हो जांदियां। कुछ सरीरक समस्यावां, कुछ मानसिक समस्यावां, ते इलाही समस्या तो शायद कोई हुंदी नहीं है, क्योंकि उत्थे पहुँच के तो समस्यावां खत्म हो जांदियां। पहला सरीरक समस्यावां की गल करांगे कि असीं शरीर तो जिहो जे कारज लैने आ ये उहो जिहा व्यवहार करदा, असीं कदे अपने अंदर गए नहीं हुंदे तो सानूं इन्हां गल्लां दा पता नहीं हुंदा। साडा आपदे जीवन का भी परसनल अनुभव है, तो जिहड़े गुरमुखां दियां साधुआं दियां संतां दियां जीवनियां पढ़ियां उन्हां दा भी अनुभव है कि जदों ही कोई जग्यासू साधक सिमरन दे सुरती दे ध्यान दे रस्ते ते तुरदा है, जिथे नॉर्मल समस्यावां आउंदियां, एक सरीरक समस्या आउंदी है कि वह वधिया बैठन लग जांदा, मन उहदा टिकन लग जांदा, ओह 40 मिनटां तो वध भी घंटा सवा घंटा डेढ़ घंटे तक भी बह जांदा ते उहनूं बड़ा आनंद भी आउंदा। पर यह आनंद आउंदियां आउंदियां थोड़े टाइम बाद 2-4 महीनों बाद जां किसी नूं साल बाद किसी नूं कन्नां दी समस्या, किसी नूं चमड़ी की खुश्की की समस्या, किसी नूं मानसिक भरम होण की समस्या कि जां तां बहुता डरन लग जांदे आ ते जां बहुते दलेर हो जांदे आ। उहदे पिछे जिहड़ा सानूं कारण लभ्या वो इन्ना की आ कि असीं पहलां कदे भी अपने ध्यान नूं अपनी बॉडी दे विच नहीं घुमाया सी, असीं कदे अपने दर्शन नहीं कीते सी। जदों ही असीं ध्यान अपने नेड़े लै आउंदे आ, सवासां ते ध्यान लै आउंदे आ, आपां अपने अंदर नूं वेखना शुरू करदे आ। उहनूं वेखण दा ते उहदी सैर करन दा एक वखरा ही आनंद आ। जिवें शुरू च समझाया भी जांदा कि नेत्र बंद करो, आपदे पैरां 'च ध्यान लै जाओ, पैरां नूं सकोड़ के देखो, फिर खुले छड्डो, फिर सोचो मेरियां लत्तां विच मैं आ रहा, सारे शरीर ते एक भरमण कराया जांदा। ये तो ठीक है कि हो जांदा भरमण, पर जिहड़ी ध्यान आ ये एक बिजली वांग पावर आ, एक ऊर्जा का बवंडर आ। ये जिथों दी भी लंघदा एक सेक पैदा करदा, एक ऊर्जा पैदा करदा, एक तपस पैदा करदा। हुण जिहड़े पित्त प्रकृति के लोग हुंदे आ उन्हां नूं बड़ी जल्दी ये समस्या आउंदी है कि उन्होंने बाथरूम लग के आना शुरू हो जाता, उन्हों का मूँह बहुता सुकदा, सानू भी ये समस्या आउंदी है। और उस तो बाद चमड़ी खुश्क रहन लग जाती है। उन्हां जग्यासुआं लई ये बेनती है कि तुसीं एक रोजाना का भी नियम बना सकते हो कि पैण वेले अपने पैरों ते किसी भी तेल की या खास तौर पर सरों के तेल की मालिश करके मसाज करके पैना, ताकि तुहानूं नींद गूढ़ी आवे। साडे पैरां दे विच जिन्ना साडा दिमाग है, जिन्ने भी पार्ट्स हैं उन्हां दे पॉइंट है, जिहड़े आकूप्रैशर वाली किताब तो कितों भी तुसीं वेख भी सकते हो। जदों तुसीं इत्थे तेल ला दिंदे हो पैरां ते, तुहाडी जिहड़ी ये समस्या कन्नां दे विच सैं होना, खुरक लड़नी, चमड़ी की कोई खुश्की होनी, ये सैट होनी शुरू हो जाती है। दूसरा, अपनी नाभि दे विच कोई ना कोई तेल जां घी जां बदाम रोगन बदामां दा तेल 1-2 बूंदां पाउंदे रहो, इहदे नाल सारे शरीर दे विच किते भी खुश्की नहीं आऊगी। तुहाडा सिर ये तो असीं सब तो ज़्यादा काम लैने आ, भावें यह दुनियावी काम होण भावें यह इलाही होण, काम सारा इहदे ते आ। सारे फिगर संसे जानी जिहड़ा मेन दफ्तर है, जिहड़ा हैडकुआटर है, जिहड़ा वाइट हाउस है, जिथे 10वां द्वार भी है तो होर भी सारे महकमे चलते हैं, वो इत्थों चलते हैं। इत्थे ट्रैफिक ते आवाजाही इन्नी ज़्यादा आ कि इत्थे खुश्की सुभाविक ही हो जाती है।
ਬਾਬਾ ਆਨੰਦ ਸਿੰਘ ਦੇ ਜੀਵਨ ਦੇ ਵਿੱਚੋਂ ਸਾਨੂੰ ਲੇਖ ਮਿਲਦਾ ਕਿ ਉਹ ਇਸ ਤਰ੍ਹਾਂ ਗੋਲ ਕੱਪੜਾ ਬੰਨ੍ਹ ਲੈਂਦੇ ਸਿਰ ਨੰਗਾ ਕਰਕੇ। ਪਾਈਆ ਜਾਂ ਅੱਧਾ ਕਿਲੋ ਤੱਕ ਵੀ ਲਿਖਿਆ ਮਿਲਦਾ ਕਿ ਮੱਖਣ ਦਾ ਪੇੜਾ ਆਪਣੇ ਸਿਰ 'ਚ ਰੱਖ ਲੈਂਦੇ, ਤੇ ਉਹ ਸਿਰ 'ਚ ਰੱਖਿਆ ਵਾ ਪੇੜਾ ਘੰਟੇ 2 ਘੰਟਿਆਂ ਦੇ ਵਿੱਚ ਅੰਦਰੇ ਅੰਦਰ ਸਮਾ ਜਾਂਦਾ ਤੇ ਉਹ ਖਤਮ ਹੋ ਜਾਂਦਾ ਸੀ। ਗੁਰਮੁਖਾਂ ਦੇ ਲੇਖਾਂ 'ਚ ਲਿਖਿਆ ਮਿਲਦਾ ਇੱਕ ਪਾਸੇ 8 ਘੰਟੇ ਹਲ ਵਾਹੁਣਾ, ਇੱਕ ਪਾਸੇ 1.25 ਘੰਟਾ ਧਿਆਨ 'ਚ ਬੈਠਣਾ। ਇੱਕੋ ਜਿਹੀ ਪਾਵਰ ਲੱਗਦੀ ਆ ਸਰੀਰ ਦੀ, ਦਿਮਾਗ ਦੀ, ਮਨ ਦੀ, ਤਨ ਦੀ। ਤੇ ਸਾਨੂੰ ਫਿਰ ਇਹ ਤਨ ਨੂੰ ਸਾਂਭਣਾ ਬਹੁਤ ਪੈਣਾ। ਸਾਡੇ ਸਰੀਰ 'ਚ ਖੁਸ਼ਕੀ ਪੈਦਾ ਨਾ ਹੋਵੇ। ਜਿਹੜੇ ਪੇय ਪਦਾਰਥ ਹੈ ਠੰਡੇ, ਮਿੱਠੇ, ਰਸੀਲੇ, ਉਹ ਜ਼ਰੂਰ ਲਓ। ਔਰ ਜੇ ਆਪ ਕਰ ਸਕਦੇ ਹੋ ਆਪਣੀ ਮਸਾਜ ਠੀਕ ਹੈ, ਨਹੀਂ ਆਪਣੇ ਕਿਸੇ ਦੋਸਤ ਮਿੱਤਰ ਤੋਂ, ਆਪਣੇ ਨਾਲ ਦੇ ਸੰਗੀ ਤੋਂ ਹਫ਼ਤੇ ਦੇ ਵਿੱਚ ਇੱਕ ਵਾਰੀ ਜ਼ਰੂਰ ਆਪਦੇ ਸਿਰ ਦੀ ਮਸਾਜ, ਆਪਣੀ ਬੋਡੀ ਦੀ ਮਸਾਜ ਕਿਸੇ ਨਾ ਕਿਸੇ ਆਇਲ ਨਾਲ ਜ਼ਰੂਰ ਕਰਾਓ, ਤਾਂ ਕਿ ਤੁਹਾਨੂੰ ਧਿਆਨ ਦੇ ਵਿੱਚ ਇੱਕ ਖੁਸ਼ਕੀ ਵਾਲੀ ਸਮੱਸਿਆ ਨਾ ਆਵੇ। ਔਰ ਇੱਕ ਜਿਵੇਂ ਜਿਵੇਂ ਸਾਡੀ ਅੰਦਰੋਂ ਅਵਸਥਾ ਵੱਧਦੀ ਹੈ, ਹੁੰਦੀ ਤਾਂ ਉਹ ਬਹੁਤ ਵੱਡੀ ਕਿਰਪਾ। ਸਾਡੇ ਕੋਲੇ ਥੋੜ੍ਹੇ ਦਿਨ ਹੋ ਗਏ ਇੱਕ ਬਹੁਤ ਗਾਈਟਡ ਅਫਸਰ ਲੱਗੀ ਹੋਈ ਲੇਡੀਜ਼ ਆਈ। ਉਹ ਕਹਿੰਦੀ ਮੈਨੂੰ 4 ਸਾਲ ਹੋ ਗਏ, ਜਦੋਂ ਹੀ ਮੈਂ ਬਹਿੰਦੀ ਹਾਂ ਧਿਆਨ ਦੇ ਵਿੱਚ ਮੈਨੂੰ ਤਾਂ ਰੋਗ ਹੀ ਐਸਾ ਲੱਗ ਗਿਆ, ਮੇਰੀ ਰੀੜ੍ਹ ਦੀ ਹੱਡੀ 'ਚ ਜਿਵੇਂ ਕੋਈ ਸੇਕ ਚੜ੍ਹਦਾ ਹੁੰਦਾ ਤਾਂ ਨੂੰ ਮਿੰਨਾ ਦਰਦ ਵੀ ਹੁੰਦਾ, ਤੇ ਮੈਨੂੰ ਕੰਨਾਂ ਤੋਂ ਇਸ ਤਰ੍ਹਾਂ ਦਾ ਸੁਣਦਾ ਕੁਛ। ਤੇ ਮੈਂ ਕੰਨਾਂ ਵਾਲੇ ਡਾਕਟਰ ਕੋਲ ਵੀ ਜਾਂਦੀ ਹਾਂ, ਉਹ ਦਵਾਈਆਂ ਦੇਈ ਜਾਂਦਾ, ਕਹਿੰਦਾ ਸਮਝ ਨਹੀਂ ਆਉਂਦੀ। ਮੈਂ ਉਹਨੂੰ ਕਿਹਾ ਜੇ ਤੂੰ ਕਿਸੇ ਸਾਧਕਾਂ ਨਾਲ ਜੁੜੀ ਹੁੰਦੀ, ਕਿਸੇ ਗਰੁੱਪ 'ਚ ਇਹ ਕੰਮ ਕਰਦੀ ਹੁੰਦੀ, ਤਾਂ ਜਿੱਦੇ ਤੂੰ ਇਹ ਦੱਸਣਾ ਸੀ ਤੈਨੂੰ ਸਾਰਿਆਂ ਨੇ ਵਧਾਈਆਂ ਦੇਣੀਆਂ ਸੀ ਕਿ ਆਹੀ ਰੀੜ੍ਹ ਦੀ ਹੱਡੀ 'ਚੋਂ ਸੇਕ ਜਾਂ ਤਾਹਾਂ ਨੂੰ ਚੜ੍ਹੇ, ਇਹਦੇ ਮਾਰੇ ਤਾਂ ਸਿੱਧ ਇੰਨਾ ਕੁਛ ਕਰਦੇ ਸੀ, ਪੁੱਠੇ ਲਟਕਦੇ ਸੀ। 2-2 ਘੰਟੇ ਧਿਆਨ 'ਚ ਬਹਿੰਦੇ ਆ ਲੋਕ ਕਿ ਮੇਰੀ ਊਰਜਾ ਇਕੱਠੀ ਹੋ ਜੇ, ਕਿਸੇ ਨਾ ਕਿਸੇ ਤਰ੍ਹਾਂ ਇਕੱਠੀ ਹੋ ਕੇ ਰੀੜ੍ਹ ਦੀ ਹੱਡੀ ਰਾਹੀਂ 10ਵੇਂ ਦੁਆਰ ਨੂੰ ਆ ਜੇ। ਉਹ ਆਨੰਦ ਪੈਦਾ ਕਰਦੀ ਹੈ। ਵੈਸੇ ਸ਼ੁਰੂਆਤ ਦੇ ਵਿੱਚ 1-2 ਵਾਰੀ ਸੇਕ ਤੇ ਦਰਦ ਵੀ ਨਿਕਲਦਾ, ਕਈ ਵਾਰੀ ਦਰਦ ਅਸਹਿ ਵੀ ਹੁੰਦਾ। ਇਹ ਚੀਜ਼ਾਂ ਜੇ ਸਾਨੂੰ ਪਹਿਲਾਂ ਪਤਾ ਹੋਣ ਤਾਂ ਉਹਨੂੰ ਪਹਿਲਾਂ ਮੈਂ ਵਧਾਈਆਂ ਦਿੱਤੀਆਂ, ਫਿਰ ਉਹਨੂੰ ਕਿਹਾ ਕਿ ਦਵਾਈਆਂ ਬੰਦ ਕਰ। ਇਹ ਤੇਰੇ ਲਈ ਖੁਸ਼ੀ ਵਾਲੀ ਗੱਲ ਆ ਕਿ ਤੇਰੀ ਊਰਜਾ ਇਕੱਤਰ ਹੋ ਜਾਂਦੀ ਹੈ। ਜਦੋਂ ਹੀ ਤੂੰ ਸਿਮਰਨ 'ਚ ਬਹਿੰਦੀ ਹੈ ਤੇ ਇਕੱਤਰ ਹੋ ਕੇ ਉਹ ਚੜ੍ਹਨਾ ਚਾਹੁੰਦੀ ਹੈ ਉੱਪਰ। ਸਾਡੇ ਜਨਮਾਂ ਦੇ ਕਿਲਵਿਖ ਤੇ ਸਰੀਰ ਦੇ ਵਿੱਚ ਕੁਝ ਟੌਕਸਨ ਹੁੰਦੇ ਆ ਜਿਹੜੇ ਬਲੌਕੇਜ ਕਰਕੇ ਰੱਖਦੇ ਆ, ਉੱਥੇ ਸਾਨੂੰ ਦਰਦ ਹੁੰਦਾ। ਜਦੋਂ ਹੀ ਅਸੀਂ ਧਿਆਨ 'ਚ ਬਹਿੰਦੇ ਆ, ਜਿੱਥੇ ਹੀ ਕੋਈ ਖਰਾਬੀ ਹੈ ਉੱਥੇ ਦਰਦ ਹੁੰਦਾ, ਤੇ ਉਹ ਦਰਦ ਦੀ ਪ੍ਰਵਾਹ ਉਸ ਤਰ੍ਹਾਂ ਨਹੀਂ ਕਰਦੀ ਹੈ। ਉੱਥੇ ਆਪ ਦਾ ਧਿਆਨ ਵੀ ਵੱਧ ਦੇਣਾ। ਧਿਆਨ ਨੂੰ ਐਸੀ ਪਾਵਰ ਦਿੱਤੀ ਹੈ ਗੁਰੂ ਨੇ, ਅਕਾਲ ਪੁਰਖ ਵਾਹਿਗੁਰੂ ਨੇ, ਕਿ ਜਿੱਥੇ ਵੀ ਪੈਂਦਾ ਇਹ ਸਫਾਈ ਕਰ ਦਿੰਦਾ। ਇਹ 2-3 ਗੱਲਾਂ ਜੋ ਮੈਨੂੰ ਮਾਤਾ ਵੱਲੋਂ ਬੈਠਿਆਂ ਨੂੰ ਆਇਆ ਕਿ ਸਰੀਰ ਦੀ ਸੰਭਾਲ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ। ਤੇ ਕਈ ਵਾਰੀ ਜਦੋਂ ਇਲਾਹੀ ਦਾਤਾਂ ਮਿਲਦੀਆਂ, ਮਾਨਸਿਕ ਖੁਸ਼ੀ ਮਿਲਦੀ ਆ, ਅੰਦਰੇ ਅੰਦਰ ਇੱਕ ਪਿਆਰ ਦਾ ਅਹਿਸਾਸ ਹੁੰਦਾ, ਚਿੱਤ ਉੱਡੂ ਕਰਦਾ। ਤੇ ਕਈ ਲੋਕ ਕਹਿੰਦੇ ਇਹਦਾ ਕੀ ਹੈ, ਇਹ ਤਾਂ ਸਿੱਲੜ ਹੈ, ਇਹ ਤਾਂ ਇੱਥੇ ਛੱਡ ਜਾਣਾ, ਇੱਥੋਂ ਤੁਰ ਜਾਣਾ ਦੁਨੀਆ ਤੋਂ, ਇੱਥੋਂ ਕੀ ਲੈ ਜਾਗੇ, ਇਹੋ ਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ। ਤੇ ਸਾਡੇ ਬੋਲੇ ਹੋਏ ਕੱਲੇ ਲਫ਼ਜ਼ ਦਾ ਅਸਰ ਸਾਡੀ ਬੋਡੀ ਕਬੂਲਦੀ ਆ। ਹੁਣ ਮੈਂ ਇੱਥੇ ਵਿਆਖਿਆ ਕਰਨ ਲੱਗ ਜਾਣਾ ਕਿਸੇ ਐਕਸੀਡੈਂਟ ਦੀ, ਕਿਸੇ ਹਾਦਸੇ ਦੀ, ਤੁਹਾਨੂੰ ਸਾਰਿਆਂ ਨੂੰ ਹੰਝੂ ਵਗਣ ਲੱਗ ਜਾਣਗੇ। ਇੱਥੇ ਵਿਆਖਿਆ ਕਰਨ ਲੱਗ ਜਾਂਦੇ ਆ ਰਮਣੀਕ ਜਗ੍ਹਾ ਦੀ, ਉੱਥੋਂ ਦੀਆਂ ਫੁੱਲਾਂ ਦੀਆਂ ਘਾਟੀਆਂ ਦੀ, ਉੱਥੋਂ ਦੇ ਵਾਤਾਵਰਨ ਦੀ, ਸੁਗੰਧੀਆਂ ਦੀ। ਇੱਥੇ ਵੀ ਸਮੈਲ ਆਉਣੀ ਸ਼ੁਰੂ ਹੋ ਜੂ, ਇੱਥੇ ਵੀ ਲੱਗੂ ਵੀ ਕਿਆ ਬਾਤ ਆ। ਜਾਣੀ ਸਾਨੂੰ ਇਹ ਸਮਝਣਾ ਚਾਹੀਦਾ ਕਿ ਆਹ ਸ਼ਬਦ ਆ ਜਿਹੜਾ ਅਸੀਂ ਬੋਲਦੇ ਹਾਂ, ਗੁਰੂ ਨਾਨਕ ਕਹਿੰਦੇ ਇਹ ਵੀ ਗੁਰੂ ਆ। ਤੇ ਗੁਰੂ ਦੀ ਵਰਤੋਂ ਐਰੇ ਗੈਰੇ ਕੰਮਾਂ 'ਚ ਨਾ ਕਰੋ, ਘੱਟ ਕਰੋ। ਤੁਹਾਡਾ ਬੋਲਿਆ ਵਾ ਨਿੱਕਾ ਜਿਹਾ ਸ਼ਬਦ ਦੂਸਰੇ ਦੀ ਜ਼ਿੰਦਗੀ 'ਚ ਪਲਟੇ ਖਵਾ ਦਿੰਦਾ। ਤੁਸੀਂ ਕਦੇ ਸੋਚ ਕੇ ਦੇਖਿਓ ਕਿ ਕਿਸੇ ਦੀ ਕਹੀ ਛੋਟੀ ਜੀ ਗੱਲ, ਕਿਸੇ ਨੂੰ ਬੁਰੀ ਗੱਲ ਕਹੀ ਵੀ ਆਤਮ ਹੱਤਿਆ ਤੱਕ ਮਜਬੂਰ ਕਰ ਦਿੰਦੀ ਹੈ। ਤੇ ਇੰਨੀ ਗੱਲ ਕਹੀ ਵੀ ਕਿਸੇ ਬੰਦੇ ਨੂੰ ਵੀ ਕਿ ਤੂੰ ਕਦੇ ਟੱਕਰੇ ਹੀ ਨਹੀਂ, ਕਿੱਥੇ ਹੁੰਨਾ? ਉਹ ਕਹਿੰਦਾ ਵੀ ਕਿਉਂ, ਮੈਂ ਤੈਨੂੰ ਕਈ ਵਾਰ ਚੇਤੇ ਕੀਤਾ। ਉਹ ਕਹਿੰਦਾ ਮੈਂ ਬਿਮਾਰ ਸੀ, ਆ ਨਹੀਂ ਸਕਿਆ। ਉਹਦੇ ਅੰਦਰ ਇੱਕ ਐਸੀ ਖੁਸ਼ੀ ਦੀ ਤਰੰਗ ਚੜ੍ਹਦੀ ਆ ਕਿ ਯਾਰ ਮੈਨੂੰ ਵੀ ਕੋਈ ਯਾਦ ਕਰਨ ਵਾਲਾ ਹੈ, ਮੇਰੀ ਵੀ ਕੋਈ ਐਸੀ ਆਇਡੈਂਟੀਟੀ ਹੈ ਕਿ ਇਹ ਬੰਦਾ ਮੈਨੂੰ ਯਾਦ ਕਰਦਾ ਕਿ ਤੂੰ ਟੱਕਰਿਆ ਨਹੀਂ। ਉਦੋਂ ਜਿਉਣ ਦਾ ਇੱਕ ਕਾਰਨ ਮਿਲ ਗਿਆ। ਉਹ ਆਉਣ ਵਾਲੇ ਦਿਨਾਂ 'ਚ ਤੁਹਾਡੇ ਆਸੇ-ਪਾਸੇ ਰਹੂਗਾ। ਉਹਨੂੰ ਪਤਾ ਕਿ ਮੇਰਾ ਇਹ ਧਿਆਨ ਰੱਖਦਾ। ਧਿਆਨ ਇਕੱਲਾ ਕਰਨ ਦਾ ਵਿਸ਼ਾ ਨਹੀਂ ਹੈ, ਧਿਆਨ 24 ਘੰਟੇ ਦਾ ਵਿਸ਼ਾ।
ਅਸੀਂ ਦੇਖਿਆ ना, ਅਸੀਂ जाने लोगों को, रिश्तेदारां कोल, जिहड़ा रिश्तेदार तुहाडे टेबल ते पानी भी रख जे, खाना भी वधिया बना के खिला दे, पर तुहाडी गल ध्यान नाल ना सुने, तुहाडे वल ध्यान ना देवे, तुहाडा चित्त कहंदा रोटी तो होटल ते भी खा लेनी सी, दोबारा नहीं तुसीं उस घरे जांदे। लेकिन ये तो उल्ट कोई तुहानूं प्रेमी टक्कर जांदा, वो इन्ने ध्यान नाल तुहाडी गल सुणदा, इन्ने ध्यान नाल तुहाडे कोल बहिंदा, ते कई बार उठण वेले कहंदा ओ मैं तो चाह भी नहीं पुछ सकिया, आपां कहने चाहां चूहां दी लोड़ नहीं, आनंद आ गया। की बनिया भी, क्योंकि उन्हें जिहड़ी दुनिया दी सब तो बेशकीमती चीज़ आ, अपना ध्यान कुछ मिनट कुछ घंटे सानू देता, असीं तृप्त हो गए। ते अज दी सब तो वड्डी समस्या रिश्तियां दे विच कि असीं एक दूजे ते ध्यान नहीं दिंदे। माता पिता सिर्फ इन्नी गल चाहुंदे आ कि एक बार मेरा बच्चा बाहर जान लग गया, घर तो मैनू पुछ ले, मैं माता जा डैडी ਚੱਲਿਆ फलाने का काम आ साडा अज, ਜਾਂ मैं दोस्तां नाल टूर ते ਚੱਲਿਆ 2 ਦਿਨਾਂ ਲਈ, ਤੇ ਉੱਥੇ ਜਾ ਕੇ फोन कर दे मैं सही पहुँच गया, दूजे दिन ਜਾਂ 2 घंटे कदे भी असीं ठीक है इंजॉय कर रहे हैं, आके पैरी हथ ला के कहे मैं आ गया डैडी। इन्नी क गल आ, डैडी ने होर कुछ नहीं लेना, माता ने होर कुछ नहीं लेना। बच्चे आए सूट वट के घरों निकलते आ, फोन सुनते नहीं, घरदियां दा फोन उहदा कट्टी जाते आ, किसी होर दा आ जांदा, वो 2-2 घंटे लगे रहिंदे आ। ये चीज़ां साडे घरां नूं अपसैट करदियां, साडे परिवारां नूं अपसैट करदियां। बेनती है कि जे तुहानूं कोई फोन करदा जां आउंदा, थोड़ा जिहा 1 सेकंड ध्यान देण नाल दूसरे दा जीवन बच सकदा। असीं दानी बनाए आ, गुरु ने साडे गुरु ने सरबंस दान कीता, असीं सरबंस दान नहीं कर सकदे, असीं एडे वड्डे दानी नहीं हाँ, पर परम पिता परमात्मा की दित्ती हुई मुस्कुराहट नाल ते दिते हुए 2 नेत्रां नाल किसी कन्नी वेख के मुस्कुरा तां सकदे आ। इत्थे एक बंदा आया, कहंदा जी मैं तो कुछ भी नहीं कर सकता, बहुत ही गरीब है। मैं कहा हाथ, कहंदा हैगी, मैं कहा सत श्री अकाल बुला दिया कर हथ जोड़ के, जिन्हों कोई भी नहीं बुलाउंदा पिंड च, तूं कल्ली सत श्री अकाल बुलाउंदा फिरिया कर, सारा पिंड तैनूं चाहण लग जू। वो घटनावां घटियां। फिर उन्होंने मैं कहा कि तू दूजे दे पैर ही नप दिया कर, चल गरीब है, जिहड़ा बंदा तगड़ा है घरों उन्होंने घरे पुछदा पछदा कोई नहीं किसी नूं, भी एक कौड़ा सच है। वो बहिंदा ही बंदा बाहर हो जाके है, जिन्हों घरे कोई बेचारे नूं नहीं ध्यान दिंदा। तुसीं ध्यान दे के देखो, बजुर्ग तुहानूं प्यार करन लग जांदे आ। मैं कहा किसी दे चरण घुट के देखी तैनूं की सीसा दिंदा। उन्हें आके दस्सिया, कहंदा कल्लियां सीसा नहीं जी, वो बाबा जी मैनूं कहंदे भी तेरी जिन्नी लोड़ आ मैथों पैसे ले लिया कर, ते तू महीने तो 10 दिनां तो आके मेरे ये पैर घुटदे चरण मेरी मालश कर दिया कर। मैं कहा देख तैनूं नौकरी मिल गई ना, यह जे 5-4 बुढ़े टक्कर के बेरोजगार फिरदे नहीं, तैनूं सब कुछ मिल गया। जानी कहण दा मतलब असीं इन्ने कंजूस हाँ, असीं अपने परिवारां तक भी ध्यान नहीं दिंदे। दूसरा जे कोई सानूं टक्करदा उदों तां घसुन्न वर्गा मूँह करके नीवी पा के लंघना, पासे अखां चरा के लंघना साडा धर्म बन चुकिया। साडे गुरु ने सानूं सिखाया कि तुहानूं सरबंस दान करन दी लोड़ नहीं, मैं कर चलिया, तुहानूं वारस बना चलिया, अणखां दे रड़कां दे जो कुछ असीं तुहाडी झोली पा चलिया, पर किरपा करियो हस के बुला लिया करो। असीं देखदे हां कि सानूं हुण भी आदत आ, निक्के हुंदिआं नूं असीं फौजियां दीआं गड्डियां लंघदिआं बाए करी दी आ, वो मूहरों हसदे आ ते मूहरों कोई कुछ बोलदा कोई कुछ, वो भी बाए करदे आ, किन्नी खुशी। मैं अज भी गड्डी रोक के बाहर निकल के खड़ जाईदा, जदों फौजी लंघदे आ वो पूरे खुश हुंदे आ, फिर दूर तक ऐ करदे जांदे। क्यों? असीं आराम नाल सौंदे आ यार, साडे बार्डरां ते बैठे हो सानूं साਂਭ रहे आ, असीं इन्ना भी नहीं कर सकते। जानी ये कल्ले फौजियां प्रति नहीं, जो भी इंसान तुहानूं मिलदा वो कोई भी हो सकदा। तुसीं ये दायरे नूं वधा के देखो, फिर एक दिन आऊगा जिद्दे तुहानूं बिल्कुल वो अंतिम अवस्था मिल गई, तुहानूं फिर किसी नूं बाई भी नहीं करनी पैनी, तुहानूं बोल के भी कुछ नहीं कहना पैना। तुसीं बैठोगे, लोग तुहाडे सामने बैठ के खुशी महसूस करनगे। तुहाडे च जिहड़ा सहज आ उन्हां ते अपने आप ही वरना शुरू हो जाऊगा। जो प्यार का खजाना तुहाडे कोल आ अपने आप ही वरतना शुरू हो जाऊगा। आपां ये चीज़ां ते ध्यान देना। माता का मैसेज सी कि शरीर की इन्नी संभाल करनी है। पहली गल तो इशनान करन वेले जे टाइम हैगा घट्टो घट्ट अद्धा घंटा लाओ, आपदे शरीर नूं वेखो ध्यान नाल, जलबन्नी देख के कुछ मैसेज दिओ उहनूं कि मैं तैथों, मेरे गुरु ने तैनूं पिता कहा, ये पिता जी मैं तैथों तंदुरुस्ती चाहना, मैं खुशियां नाल रहना चाहना, ਜਾਂ कह दो तेरे बिना मेरा कोई नहीं, तेरे नाल ही है मेरी जिंदगी। तो तुसीं कह के देखो, आउण वाले दिनां 'च फर्क पैंदा।
ਤੇ ਜਿਹਨੂੰ ਜੇ ਕਿਸੇ ਨੂੰ ਕੋਈ ਬੁਲਾਉਣਾ ਚਾਹੁੰਦਾ ਉਹਦੇ ਕਹੇ ਤੋਂ ਕੋਈ ਫੇਰ ਵੀ ਨਹੀਂ ਬੋਲਦਾ। ਕਿਸੇ ਦਰਖਤ ਨਾਲ ਲਿਹਾਜ਼ ਪਾ ਲਓ, ਉਹਨੂੰ ਪਾਣੀ ਪਾਓ, ਉਹਨੂੰ ਮਿਲੋ ਜਾ ਕੇ ਰੋਜ਼ਾਨਾ। 10 ਕੁ ਦਿਨਾਂ ਬਾਅਦ ਤੁਸੀਂ ਦੇਖੋਗੇ ਤੁਹਾਨੂੰ ਘਰੇ ਬੈਠਿਆਂ ਨੂੰ ਲੱਗੂ ਮੈਨੂੰ ਬੁਲਾ ਰਿਹਾ, ਕਿਉਂਕਿ ਊਰਜਾ ਜਿੱਥੋਂ ਵੀ ਆਕਰਸ਼ਿਤ ਕਰ ਲਓਗੇ ਉਹਨੇ ਤੁਹਾਡੇ ਵੱਲ ਬਹਿਣਾ ਸ਼ੁਰੂ ਹੋ ਜਾਣਾ। ਇਹ ਮਾਤਾ ਦਾ ਮੈਸੇਜ ਸੀ। ਸਰੀਰ ਨੂੰ ਸਭ ਤੋਂ ਵੱਧ ਪਿਆਰ ਕਰਨਾ। ਜਿੰਨਾ ਚਿਰ ਅਸੀਂ ਇਹਦੇ ਵਿੱਚ ਆ, ਜਿੱਦੇ ਅਸੀਂ ਤੁਰ ਗਏ ਬਾਅਦ ਵਾਲਿਆਂ ਨੇ ਇਹਨੂੰ ਸਾਂਭ ਲੈਣਾ। ਫਿਰ ਅਸੀਂ ਆਪਣੀ ਅਗਲੀ ਯਾਤਰਾ ਤੇ ਵੇਖਣਾ ਕਿ ਇਸੇ ਵਾਰੀ ਸਾਡਾ ਕੰਮ ਨਿਬੜ ਜਾਂਦਾ। ਮੰਨ ਲਓ ਇਸ ਤਰ੍ਹਾਂ ਹੀ ਆ ਕੰਮ, ਜਾਂ ਬੜਾ ਔਖਾ ਨਹੀਂ ਕਿ ਮੰਨ ਲਓ ਅਸੀਂ ਕੈਨੇਡਾ ਚੱਲੇ ਆ, ਇੱਥੇ ਅਸੀਂ ਜਿਹਦਾ ਵੀ ਕੁਛ ਦੇਣਾ ਸੀ ਕੱਲੇ ਕੱਲੇ ਨੂੰ ਬੁਲਾ ਕੇ ਕਲੀਅਰ ਕਰਤਾ, ਭਾਈ ਆਹ ਚੱਕ ਤੇਰਾ ਦੇਣਾ ਲੈਣਾ ਸਾਰਾ, ਜਿਉਂਦੇ ਰਹੇ ਤਾਂ ਕਦੇ ਮਿਲ ਜਾਾਂਗੇ ਆ ਕੇ, ਨਹੀਂ ਸਤਿ ਸ੍ਰੀ ਅਕਾਲ। ਜਿਨ੍ਹਾਂ ਤੋਂ ਲੈਣਾ ਸੀ ਉਹਨਾਂ ਨੂੰ ਸਾਹਮਣੇ ਬਹਾ ਕੇ ਜਾਂ ਤਾਂ ਲੈ ਲਿਆ, ਜੇ ਉਹ ਨਹੀਂ ਦੇ ਸਕੇ ਤੇ ਮੈਂ ਤਾਂ ਭਾਈ ਉਹ ਮਾਫ ਕੀਤਾ, ਮੈਂ ਉਹ ਲੈਣਾ ਵੀ ਨਹੀਂ। ਜੇ ਤੇਰੇ ਕੋਲੇ ਮਾਇਆ ਆ ਜੇ ਤਾਂ ਮੇਰਾ ਨਾਂ ਲੈ ਕੇ ਮੈਨੂੰ ਚੇਤੇ ਕਰਕੇ ਕਿਸੇ ਗਰੀਬ ਦੀ ਬੱਚੀ ਦੇ ਵਿਆਹ ਤੇ ਲਾ ਦੀ, ਕਿਸੇ ਦੇ ਇਲਾਜ ਤੇ ਲਾ ਦੀ, ਮੈਂ ਆਪਣੇ ਕੰਨਿਓ ਤੈਨੂੰ ਸੁਰਖਰੂ ਕਰ ਚੱਲਿਆ। ਜਦੋਂ ਅਸੀਂ ਇਸ ਤਰ੍ਹਾਂ ਉੱਠ ਕੇ ਚਲੇ ਜਾਵਾਂਗੇ ਇੱਥੋਂ, ਤੇ ਫਿਰ ਤੁਸੀਂ ਆਪ ਸੋਚ ਕੇ ਦੇਖੋ ਅਸੀਂ ਲੈਣ ਕੀ ਆਉਣਾ। ਸਾਡਾ ਇਸ ਪਿੰਡ ਨਾਲ ਕੋਈ ਸੰਬੰਧ ਹੀ ਨਹੀਂ ਰਿਹਾ, ਨਾ ਅਸੀਂ ਇੱਥੋਂ ਕਿਸੇ ਤੋਂ ਕੁਝ ਲੈਣਾ, ਨਾ ਅਸੀਂ ਕਿਸੇ ਦਾ ਕੁਝ ਦੇਣਾ। ਜੋ ਅਸੀਂ ਜਾਣ ਸਕਦੇ ਸੀ ਉਹ ਅਸੀਂ ਜਾਣ ਲਿਆ ਕਿ ਪਿੰਡ 'ਚ ਹੈ ਕੀ, ਇੱਥੇ ਕਿੰਨਾ ਕੁ ਕੁਛ ਹੈ, ਉਹ ਅਸੀਂ ਦਿਲੋਂ ਜਾਣ ਲਿਆ, ਤੇ ਫਿਰ ਅਸੀਂ ਵਾਪਸ ਨਹੀਂ ਆਵਾਂਗੇ। ਇਸੇ ਤਰ੍ਹਾਂ ਹੀ ਜਨਮ ਦੀ ਪ੍ਰਕਿਰਿਆ, ਜੇ ਸਾਡੇ ਕੁਛ ਫੁਰਨੇ ਅਧੂਰੇ ਰਹਿ ਜਾਂਦੇ ਆ ਤਾਂ ਜਿਹੋ ਜਿਹੀ ਅਸੀਂ ਕਮਾਈ ਕੀਤੀ ਹੋਈ ਆ ਉਹੋ ਜਿਹਾ ਪਰਿਵਾਰ ਸਾਨੂੰ ਆਕਰਸ਼ਿਤ ਕਰਦਾ, ਅਸੀਂ ਆਕਰਸ਼ਿਤ ਹੁੰਦੇ ਆ, ਉਹ ਪਰਿਵਾਰ 'ਚ ਆ ਜਾਂਦੇ ਆ। ਜਿਹੋ ਜਿਹੇ ਪਾਪ ਕੀਤੇ ਉਹੋ ਜਿਹਾ ਪਾਪੀ ਪਰਿਵਾਰ ਮਿਲ ਜਾਂਦਾ, ਜਿਹੋ ਜਿਹੇ ਪੁੰਨ ਕੀਤੇ ਪੁੰਨੀ ਪਰਿਵਾਰ ਮਿਲ ਜਾਂਦਾ। ਜਿਹੜਾ ਪਾਪ ਪੁੰਨ ਤੋਂ ਉੱਚਾ ਉੱਠ ਗਿਆ ਉਹਨੂੰ ਫਿਰ ਆਉਣ ਦੀ ਲੋੜ ਨਹੀਂ। ਇੰਨੀ ਕੀ ਸਾਰੀ ਗੇਮ ਆ, ਜਿਉਂਦੇ ਜੀ ਸਹੀ ਹੋ ਸਕਦੀ ਆ। ਤੁਸੀਂ ਆਪ ਹੀ ਦੇਖ ਲਓ, ਜਿਹੜੇ ਰਿਸ਼ਤੇਦਾਰੀ ਨਾਲ ਆਉਣ ਜਾਣ ਨਿਬੜ ਜਾਂਦਾ, ਆਪਾਂ ਕਿੰਨਾ ਕੁ ਉਸ ਪਿੰਡ 'ਚ ਗੇੜੇ ਦਿੰਦੇ ਆ, ਕਿੰਨਾ ਕੁ ਉੱਥੇ ਜਾਂਦੇ ਆ, ਇੰਨਾ ਟਾਈਮ ਹੀ ਨਹੀਂ ਹੈ। ਅਗਾਂਹ ਕੋ ਤਰਾਂਗ ਵਾਲਾ ਕੰਮ ਹੀ ਬੜਾ ਪਿਆ ਸਾਹਮਣੇ। ਅਸੀਂ ਆਪਣੇ ਆਪ ਨੂੰ ਜਾਣਨਾ, ਜਿੰਨਾ ਜਲਦੀ ਹੋ ਸਕਦਾ ਖੁਸ਼ ਰਹਿਣਾ, ਦੂਜਿਆਂ ਨੂੰ ਖੁਸ਼ ਰੱਖਣਾ, ਪਰ ਦਿਲੀ ਤੰਦਾਂ ਨੂੰ ਸਕੋੜਦੇ ਜਾਣਾ, ਆਪਣੀ ਊਰਜਾ ਨੂੰ ਆਪਣੇ ਨੇੜੇ ਲਈ ਆਉਣਾ, ਬਹੁਤਾ ਇਹਨੂੰ ਬਾਹਰ ਖਲਿਆਰਾ ਨਹੀਂ ਪਾਉਣਾ। ਇਸ ਤਰ੍ਹਾਂ ਕਰਦਿਆਂ ਇੱਕ ਟਾਈਮ ਆਉਂਦਾ ਜਦੋਂ ਇਹ ਟੌਪ ਤੇ ਚਲੀ ਜਾਂਦੀ ਹੈ। ਜਿਵੇਂ ਅਸੀਂ ਪਾਣੀ ਅੱਗੇ ਅੱਗ ਮਚਾਉਣੀ ਸ਼ੁਰੂ ਕਰ ਦਈਏ, 5 ਮਿੰਟਾਂ 'ਚ ਉਹ ਗਰਮ ਹੁੰਦਾ, 10 ਮਿੰਟਾਂ 'ਚ ਹੋਰ ਗਰਮ ਹੁੰਦਾ, 20 ਮਿੰਟਾਂ 'ਚ ਹੋਰ ਹੁੰਦਾ, ਅੱਧੇ ਘੰਟੇ 'ਚ ਉਹ 100 ਡਿਗਰੀ ਤੇ ਪਹੁੰਚ ਜਾਂਦਾ। ਅਸੀਂ ਅੱਗ ਬਾਲੀ ਜਾਂਦੇ ਹਾਂ ਤੇ ਕੁਦਰਤ ਦੇ ਨਿਯਮ ਅਨੁਸਾਰ ਉਹ ਭਾਪ ਬਣ ਕੇ ਉੱਡਣਾ ਸ਼ੁਰੂ ਕਰ ਦਿੰਦਾ। ਇਵੇਂ ਜਿਵੇਂ ਅਸੀਂ ਜਿਵੇਂ ਸਾਧਨਾ ਕਰਦੇ ਹਾਂ, ਇੱਕ ਟਾਈਮ ਆਪੇ ਹੀ ਆਊਗਾ, ਸਾਧਨਾ ਨਾ ਰੁਕ ਗਈ ਤਾਂ ਸਾਡੀ ਜਿਹੜੀ ਊਰਜਾ ਉੱਪਰ ਨੂੰ ਬਹਿਣੀ ਸ਼ੁਰੂ ਹੋ ਜੂਗੀ, 10ਵੇਂ ਦੁਆਰ ਚਲੀ ਜਾਊਗੀ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ। ਇਹ ਮੈਸੇਜ ਤੇ ਧਿਆਨ ਦੇਣਾ। ਸਰੀਰ ਨੂੰ ਸਾਂਭਣਾ, ਸਰੀਰ 'ਚ ਖੁਸ਼ਕੀ ਨਹੀਂ ਪੈਦਾ ਹੋਣ ਦੇਣੀ। ਮਾਲਸ਼ ਸਿਰ ਦੀ ਜ਼ਰੂਰ ਕਰਨੀ ਹੈ, ਹਫ਼ਤੇ 'ਚ ਇੱਕ ਵਾਰੀ ਤਾਂ ਜ਼ਰੂਰ ਕਰੋ। ਜੇ ਵੱਧ ਕਰ ਸਕਦੇ ਹੋ, ਇਹਦੇ ਲਾਭ ਨੇ, ਇਹਦਾ ਫਾਇਦਾ ਹੀ ਫਾਇਦਾ।